ਲੋਕਤੰਤਰ ਨੂੰ ਅਸੀਂ ਅਕਸਰ ਸਭ ਤੋਂ ਵਧੀਆ ਕਿਸਮ ਦੀ ਸਰਕਾਰ ਕਹਿ ਦਿੰਦੇ ਹਾਂ, ਪਰੰਤੂ ਜਿਹੜੇ ਪੋਲੀਟੀਸ਼ੀਅਨ ਹਨ, ਰਾਜਨੀਤਿਕ ਸਿਧਾਂਤਕਾਰ ਹਨ, ਵਿਦਵਾਨ ਹਨ, ਉਹ ਸਾਰੇ ਇਸ ਤੱਥ ਤੇ ਸਹਿਮਤ ਨਹੀਂ ਹਨ। ਲੋਕਤੰਤਰ ਕਿਸ ਤਰ੍ਹਾਂ ਦੀ ਸਰਕਾਰ ਹੈ ਜਾਂ ਲੋਕਤੰਤਰ ਦੀ ਕਿਹੜੀ ਕਿਸਮ ਸਭ ਤੋਂ ਵਧੀਆ ਕਿਸਮ ਦੀ ਸਰਕਾਰ ਕਹੀ ਜਾ ਸਕਦੀ ਹੈ, ਇਸ ਸੰਬੰਧੀ ਇਹਨਾਂ ਵਿਚਾਰਕਾਂ ਦੇ ਅਲੱਗ-ਅਲੱਗ ਵਿਚਾਰ ਹਨ। ਇਹਨਾਂ ਸਾਰੇ ਵਿਚਾਰਕਾਂ ਦੇ ਵਿਚਾਰਾਂ ਦਾ ਅਧਿਐਨ ਕਰਨ ਲਈ ਅਸੀਂ ਇਹਨਾਂ ਵਿਚਾਰਕਾਂ ਨੂੰ ਪਹਿਲਾਂ 3 ਕੈਟੇਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਇਹ ਜਿਹੜੀਆਂ 3 ਕੈਟੇਗਰੀਜ਼ ਹਨ, ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਕੈਟੇਗਰੀ ਕਹੀ ਜਾ ਸਕਦੀ ਹੈ ਲੋਕਤੰਤਰ ਦਾ ਉਦਾਰਵਾਦੀ ਸਿਧਾਂਤ। ਦੂਸਰੀ ਕੈਟੇਗਰੀ ਹੈ ਲੋਕਤੰਤਰ ਦਾ ਵਿਸ਼ਿਸ਼ਟ ਵਰਗੀ ਸਿਧਾਂਤ। ਵਿਦਵਾਨਾਂ ਦੀ ਤੀਸਰੀ ਕੈਟੇਗਰੀ ਹੈ ਲੋਕਤੰਤਰ ਦਾ ਮਾਰਕਸਵਾਦੀ ਸਿਧਾਂਤ ਜਾਂ ਸਮਾਜਵਾਦੀ ਸਿਧਾਂਤ। ਇਸ ਕੁਐਸਚਨ ਦੇ ਵਿੱਚ, ਇਸ ਵੀਡੀਓ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਲੋਕਤੰਤਰ ਦਾ ਜਿਹੜਾ ਉਦਾਰਵਾਦੀ ਸਿਧਾਂਤ ਹੈ ਉਸ ਦਾ ਕੀ ਭਾਵ ਹੈ। ਲੋਕਤੰਤਰ ਦਾ ਜਿਹੜਾ ਉਦਾਰਵਾਦੀ ਸਿਧਾਂਤ ਹੈ, ਇਹ ਉਦਾਰਵਾਦੀ ਵਿਚਾਰਧਾਰਾ ਤੇ ਆਧਾਰਿਤ ਹੈ। ਇਹ ਵਿਚਾਰਧਾਰਾ 16ਵੀਂ ਸਦੀ ਦੇ ਵਿੱਚ ਆਰੰਭ ਹੋਈ ਅਤੇ ਉਸ ਸਮੇਂ ਦੇ ਜੋ ਧਾਰਮਿਕ ਹਾਲਾਤ ਸੀ, ਆਰਥਿਕ ਹਾਲਾਤ ਸੀ, ਰਾਜਨੀਤਿਕ ਪ੍ਰਬੰਧ ਸੀ, ਉਸ ਦੇ ਰਿਐਕਸ਼ਨ ਵਜੋਂ ਇਹ ਵਿਚਾਰਧਾਰਾ ਆਰੰਭ ਹੋਈ ਸੀ। ਉਸ ਸਮੇਂ ਆਮ ਵਿਅਕਤੀ ਦੇ ਜੀਵਨ ਨੂੰ, ਉਸ ਦੀਆਂ ਜ਼ਰੂਰਤਾਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ। ਹਰ ਖੇਤਰ ਦੇ ਵਿੱਚ ਵਿਅਕਤੀ ਦੇ ਜੀਵਨ ਤੇ ਬਹੁਤ ਜ਼ਿਆਦਾ ਪਾਬੰਦੀਆਂ ਸੀ, ਜਾਂ ਅਸੀਂ ਕਹਿ ਲਈਏ ਕਿ ਵਿਅਕਤੀ ਦੇ ਜੀਵਨ ਨੂੰ ਪਾਬੰਦੀਆਂ ਨਾਲ ਸੋਸਾਇਟੀ ਨੇ, ਸਟੇਟ ਨੇ ਜਕੜਿਆ ਹੋਇਆ ਸੀ। ਆਰਥਿਕ ਖੇਤਰ ਵਿੱਚ ਵੇਖਿਆ ਜਾਵੇ ਉਸ ਸਮੇਂ ਤਾਂ ਪਹਿਲਾਂ ਜਿਹੜੇ ਸਾਮੰਤ ਜਾਂ ਜਗੀਰਦਾਰ ਸੀ, ਉਹਨਾਂ ਦਾ ਕਬਜ਼ਾ ਸੀ ਇਕਨੋਮੀ ਤੇ। ਉਸ ਤੋਂ ਬਾਅਦ ਜਦੋਂ ਅੰਤਰਰਾਸ਼ਟਰੀ ਵਪਾਰ ਸ਼ੁਰੂ ਹੋਇਆ ਤਾਂ ਵਪਾਰੀਵਾਦ ਜਾਂ ਮਰਕੈਂਟਲਿਜ਼ਮ ਦੀ ਧਾਰਨਾ ਨੇ ਜਨਮ ਲਿਆ। ਮਰਕੈਂਟਲਿਜ਼ਮ ਦੀ ਧਾਰਨਾ ਸੀ ਕਿ ਸਟੇਟ ਨੂੰ ਉਸ ਵਪਾਰ ਦਾ ਫਾਇਦਾ ਹੈ ਜਿਹੜਾ ਐਕਸਪੋਰਟ ਕਰਦਾ ਹੈ। ਜਿਹੜਾ ਵਪਾਰੀ ਇੰਪੋਰਟ ਕਰਦਾ ਹੈ ਉਸ ਦਾ ਸਟੇਟ ਨੂੰ ਨੁਕਸਾਨ ਹੈ, ਆਰਥਿਕ ਤੌਰ ਤੇ ਸਟੇਟ ਨੂੰ ਕਮਜ਼ੋਰ ਕਰਦਾ ਹੈ ਇੰਪੋਰਟ। ਇਸ ਲਈ ਸਟੇਟਸ ਨੇ ਭੇਦਭਾਵ ਕਰਨਾ ਸ਼ੁਰੂ ਕੀਤਾ। ਜਿਹੜੇ ਐਕਸਪੋਰਟ ਨਾਲ ਜੁੜੇ ਹੋਏ ਵਪਾਰ ਸੀ ਉਹਨਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ, ਜਿਹੜੇ ਇੰਪੋਰਟ ਨਾਲ ਜੁੜੇ ਹੋਏ ਵਪਾਰ ਸੀ ਉਸ ਨੂੰ ਦੱਬਣਾ ਸ਼ੁਰੂ ਕੀਤਾ। ਭਾਵ ਜਿਹੜਾ ਆਰਥਿਕ ਖੇਤਰ ਸੀ ਉਸ ਦੇ ਵਿੱਚ ਆਪਣੀ ਇੱਛਾ ਦੇ ਅਨੁਸਾਰ ਭੇਦਭਾਵ ਕਰਨਾ ਸ਼ੁਰੂ ਕੀਤਾ। ਸਾਰੇ ਲੋਕ ਨੇ ਜਿਹੜੇ ਵਪਾਰ ਕਰਨ ਲਈ ਇੱਕ ਤਰ੍ਹਾਂ ਨਾਲ ਸੁਤੰਤਰ ਨਹੀਂ ਸੀ। ਸਮਾਜਿਕ ਖੇਤਰ ਦੇ ਵਿੱਚ ਕੋਈ ਵਿਅਕਤੀ ਪਾਦਰੀ ਦੇ ਹੁਕਮਾਂ ਦੇ ਖਿਲਾਫ ਨਹੀਂ ਜਾ ਸਕਦਾ ਸੀ। ਰਾਜਨੀਤਿਕ ਖੇਤਰ ਦੇ ਵਿੱਚ ਵੀ ਆਮ ਲੋਕ ਨੇ ਜਿਹੜੇ ਉਹ ਜ਼ੀਰੋ ਸੀ। ਰਾਜਨੀਤਿਕ ਖੇਤਰ ਵਿੱਚ ਰਾਜਾ, ਉਸ ਦਾ ਪਰਿਵਾਰ, ਉਸ ਦਾ ਆਲਾ ਦੁਆਲਾ, ਉਸ ਦੇ ਅਹਿਲਕਾਰ, ਉਸ ਦੇ ਜਗੀਰਦਾਰ, ਰਾਜਨੀਤਿਕ ਸ਼ਕਤੀ ਉਹਨਾਂ ਕੋਲ ਹੁੰਦੀ ਸੀ। ਆਮ ਲੋਕਾਂ ਦੀ ਰਾਜਨੀਤਿਕ ਖੇਤਰ ਦੇ ਵਿੱਚ ਵੀ ਕੋਈ ਸੁਣਵਾਈ ਨਹੀਂ ਸੀ। ਜੇ ਇਹ ਸਾਰੇ ਖੇਤਰਾਂ ਨੂੰ ਅਸੀਂ ਦੇਖੀਏ ਤਾਂ ਆਰਥਿਕ ਖੇਤਰ, ਸਮਾਜਿਕ ਖੇਤਰ, ਰਾਜਨੀਤਿਕ ਖੇਤਰ, ਸਾਰੇ ਖੇਤਰਾਂ ਦੇ ਵਿੱਚ ਆਮ ਵਿਅਕਤੀ ਦੀ ਕੋਈ ਸੁਣਵਾਈ ਨਹੀਂ ਸੀ, ਕੋਈ ਪੁੱਛ ਪੜਤਾਲ ਨਹੀਂ ਸੀ। ਆਮ ਵਿਅਕਤੀ ਨੂੰ ਪਾਬੰਦੀਆਂ ਦੀਆਂ ਜੰਜੀਰਾਂ ਦੇ ਨਾਲ ਸਭ ਖੇਤਰਾਂ ਦੇ ਵਿੱਚ ਜਕੜਿਆ ਹੋਇਆ ਸੀ। ਇਸ ਸਾਰੀ ਜੋ ਪ੍ਰਣਾਲੀ ਸੀ, ਸਾਰਾ ਸਿਸਟਮ ਸੀ, ਇਸ ਦੇ ਖਿਲਾਫ ਇੱਕ ਵਿਚਾਰਧਾਰਾ ਪੈਦਾ ਹੋਈ ਜਿਸ ਨੂੰ ਉਦਾਰਵਾਦੀ ਵਿਚਾਰਧਾਰਾ ਕਿਹਾ ਜਾਂਦਾ ਹੈ। ਇਸ ਨੇ ਵਿਅਕਤੀ ਦੇ ਜੀਵਨ ਦੇ ਹਰ ਖੇਤਰ ਦੇ ਵਿੱਚ ਵੱਧ ਤੋਂ ਵੱਧ ਸੁਤੰਤਰਤਾ ਦੀ ਮੰਗ ਕਰਨੀ ਸ਼ੁਰੂ ਕੀਤੀ। ਉਦਾਰਵਾਦੀ ਧਾਰਨਾ ਨੇ ਜਦੋਂ ਜਨਮ ਲਿਆ ਤਾਂ ਉਸ ਸਮੇਂ ਉਦਾਰਵਾਦ ਦੀ ਜਿਹੜੀ ਵਿਚਾਰਧਾਰਾ ਉਹ ਅੱਜ ਦੀ ਵਿਚਾਰਧਾਰਾ ਤੋਂ ਥੋੜੀ ਜਿਹੀ ਡਿਫਰੈਂਟ ਸੀ। ਇਸ ਲਈ ਜਿਹੜੀ ਪੁਰਾਣੀ ਵਿਚਾਰਧਾਰਾ ਹੈ ਉਸ ਨੂੰ ਨਕਾਰਾਤਮਕ ਉਦਾਰਵਾਦ ਜਾਂ ਕਲਾਸੀਕਲ ਉਦਾਰਵਾਦ ਕਿਹਾ ਜਾਂਦਾ ਹੈ। ਇਸ ਉਦਾਰਵਾਦ ਦੇ ਜਿਹੜੇ ਮੁੱਖ ਸਮਰਥਕ ਸੀ ਉਹ ਜੌਨ ਲਾਕ, ਇੰਗਲੈਂਡ ਦੇ। ਇਹਨਾਂ ਨੇ ਕਿਹਾ ਕਿ ਮਨੁੱਖ ਦੇ ਕੁਝ ਐਸੇ ਅਧਿਕਾਰ ਹੁੰਦੇ ਨੇ ਜਿਹੜੇ ਉਹ ਕੁਦਰਤ ਤੋਂ ਲੈ ਕੇ ਆਉਂਦਾ ਹੈ, ਉਸ ਨੂੰ ਸਰਕਾਰ ਨੇ ਨਾ ਦਿੱਤੇ ਨੇ, ਨਾ ਸਰਕਾਰ ਖੋਹ ਸਕਦੀ ਹੈ। ਮਾਂਤੇਸਕਿਊ ਨਾਂ ਦਾ ਇੱਕ ਫਿਲਾਸਫਰ ਹੋਇਆ, ਵਿਦਵਾਨ ਹੋਇਆ, ਉਸਨੇ ਕਿਹਾ ਕਿ ਸਰਕਾਰ ਨੂੰ ਘੱਟ ਤੋਂ ਘੱਟ ਸ਼ਾਸਨ ਕਰਨਾ ਚਾਹੀਦਾ ਹੈ। ਰੂਸੋ ਨਾਂ ਦਾ ਇੱਕ ਵਿਦਵਾਨ ਹੋਇਆ ਜਿਸ ਨੇ ਸਾਂਝੀ ਇੱਛਾ ਦੇ ਸਿਧਾਂਤ ਨੂੰ ਪ੍ਰਮੋਟ ਕੀਤਾ ਕਿ ਜਿਹੜੀ ਜਨਤਕ ਇੱਛਾ ਉਹ ਸੁਪਰੀਮ ਹੁੰਦੀ ਹੈ। ਐਡਮ ਸਮਿਥ ਨਾਂ ਦਾ ਇੱਕ ਅਰਥ ਸ਼ਾਸਤਰੀ ਤੇ ਵਿਦਵਾਨ ਪੈਦਾ ਹੋਇਆ ਜਿਸ ਨੇ ਕਿਹਾ ਕਿ ਕਿਸੇ ਵਪਾਰ ਨਾਲ ਘਾਟਾ ਨਹੀਂ ਪੈਂਦਾ, ਚਾਹੇ ਇੰਪੋਰਟ ਹੈ ਚਾਹੇ ਐਕਸਪੋਰਟ ਹੈ, ਹਰ ਵਪਾਰ ਦੇ ਨਾਲ ਸਟੇਟ ਨੂੰ ਫਾਇਦਾ ਹੁੰਦਾ ਹੈ ਤੇ ਵਪਾਰ ਨੂੰ ਖੁੱਲ੍ਹਾ ਛੱਡਣਾ ਚਾਹੀਦਾ ਹੈ। ਜੇਸ ਮਿਲ ਨਾਂ ਦਾ ਇੱਕ ਫਿਲਾਸਫਰ ਪੈਦਾ ਹੋਇਆ ਜਿਸ ਨੇ ਕਿਹਾ ਕਿ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ, ਵਿਸ਼ੇਸ਼ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿਨ੍ਹਾਂ ਖੇਤਰਾਂ ਦਾ ਵਿਅਕਤੀ ਦੇ ਨਾਲ ਹੀ ਸੰਬੰਧ ਹੈ, ਦੂਜੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜਾ ਇਹ ਨਕਾਰਾਤਮਕ ਉਦਾਰਵਾਦ ਜਾਂ ਕਲਾਸੀਕਲ ਲਿਬਰਲਿਜ਼ਮ ਸ਼ੁਰੂ ਹੋਇਆ ਸੀ, ਇਸ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ ਕਿ ਰਾਜਨੀਤਿਕ ਖੇਤਰ ਦੇ ਵਿੱਚ ਸਾਰੇ ਲੋਕਾਂ ਨੂੰ ਸਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਰਾਜਨੀਤਿਕ ਸ਼ਕਤੀ ਰਾਜੇ, ਉਸਦੇ ਪਰਿਵਾਰ ਅਤੇ ਉਸਦੇ ਜੋ ਅਹਿਲਕਾਰ ਹਨ ਉਹਨਾਂ ਤੱਕ ਹੀ ਸੀਮਿਤ ਨਹੀਂ ਹੋਣੀ ਚਾਹੀਦੀ। ਆਰਥਿਕ ਖੇਤਰ ਦੇ ਵਿੱਚ ਖੁੱਲ੍ਹਾ ਮੁਕਾਬਲਾ ਹੋਣਾ ਚਾਹੀਦਾ ਹੈ। ਰਾਜ ਨੂੰ ਕਿਸੇ ਬਿਜ਼ਨਸ ਨੂੰ ਟਾਰਗੇਟ ਨਹੀਂ ਬਣਾਉਣਾ ਚਾਹੀਦਾ, ਕਿਸੇ ਬਿਜ਼ਨਸ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ। ਹਰ ਤਰ੍ਹਾਂ ਦੇ ਬਿਜ਼ਨਸ, ਹਰ ਤਰ੍ਹਾਂ ਦੇ ਵਪਾਰ, ਹਰ ਤਰ੍ਹਾਂ ਦੇ ਕੰਮ ਧੰਦੇ ਨੇ ਜਿਹੜੇ ਉਹ ਖੁੱਲ੍ਹੇ ਹੋਣੇ ਚਾਹੀਦੇ ਨੇ। ਰਾਜ ਨੂੰ ਉਹਨਾਂ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਧਰਮ ਦੇ ਖੇਤਰ ਦੇ ਵਿੱਚ ਇਹਨਾਂ ਨੇ ਮੰਗ ਕੀਤੀ ਕਿ
ਧਰਮ ਵਿਅਕਤੀ ਦਾ ਨਿੱਜੀ ਮਸਲਾ ਹੈ, ਇਸ ਲਈ ਸਟੇਟ ਨੂੰ ਇਸ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿਵੇਂ ਪਾਦਰੀ ਵਰਗ ਹੈ, ਉਸ ਨੂੰ ਵੀ ਆਪਣੇ ਜਿਹੜੇ ਤੌਰ ਤਰੀਕੇ ਜਾਂ ਆਪਣੀ ਜੋ ਇੰਟਰਪ੍ਰੀਟੇਸ਼ਨ ਹੈ ਧਾਰਮਿਕ ਰੂਲ ਰੈਗੂਲੇਸ਼ਨ ਦੀ, ਉਹ ਲੋਕਾਂ ਤੇ ਇੰਪੋਜ਼ ਨਹੀਂ ਕਰਨੀ ਚਾਹੀਦੀ। ਲੋਕਾਂ ਨੂੰ ਆਪਣੀ ਇੱਛਾ ਨਾਲ ਆਪਣੇ ਧਰਮ ਦਾ ਪਾਲਣ ਕਰਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਜਿਹੜਾ ਨਕਾਰਾਤਮਕ ਉਦਾਰਵਾਦ ਹੈ ਉਹ ਰਾਜਨੀਤਿਕ, ਆਰਥਿਕ, ਧਾਰਮਿਕ, ਸਮਾਜਿਕ ਹਰ ਖੇਤਰ ਦੇ ਵਿੱਚ ਵਿਅਕਤੀ ਨੂੰ ਵੱਧ ਤੋਂ ਵੱਧ ਸੁਤੰਤਰਤਾ ਰੱਖਣ ਦੀ ਮੰਗ ਕਰਦਾ ਹੈ। ਉਦਾਰਵਾਦ ਦੀ ਜਿਹੜੀ ਪਰਿਭਾਸ਼ਾ ਹੈ ਉਹ ਹੈਲੋਵੈਲ ਨੇ ਦਿੱਤੀ ਹੈ। ਉਸ ਦੇ ਅਨੁਸਾਰ ਉਦਾਰਵਾਦ ਜੀਵਨ ਦੇ ਬੌਧਿਕ, ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਆਦਿ ਸਾਰੇ ਖੇਤਰਾਂ ਦੇ ਵਿੱਚ ਸੁਤੰਤਰਤਾ ਦੀ ਮੰਗ ਦਾ ਪ੍ਰਤੀਕ ਹੈ। ਜੋ ਕੁਝ ਅਸੀਂ ਪਿਛਲੇ ਵਿਦਵਾਨਾਂ ਦੇ ਵਿਚਾਰਾਂ ਦੇ ਵਿੱਚ ਪੜ੍ਹਿਆ ਹੈ ਉਹੀ ਹੈਲੋਵੈਲ ਦੀ ਪਰਿਭਾਸ਼ਾ ਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲਿਬਰਲਿਜ਼ਮ ਇਜ਼ ਦੀ ਐਮਬੋਡੀਮੈਂਟ ਆਫ ਦੀ ਡਿਮਾਂਡ for freedom in every sphere of life that is intellectual, social, religious, political and economic। ਸਮੇਂ ਦੇ ਨਾਲ ਉਦਾਰਵਾਦ ਦੇ ਰੂਪ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ, ਕਿਉਂਕਿ ਉਦਾਰਵਾਦ ਇੱਕ ਤਾਂ ਕੋਈ ਕੱਟੜ ਧਾਰਨਾ ਨਹੀਂ ਹੈ, ਲਕੀਰ ਦੇ ਫਕੀਰ ਨਹੀਂ ਹਨ ਉਦਾਰਵਾਦੀ। ਦੂਸਰਾ, ਇਸ ਦਾ ਕੋਈ ਕ੍ਰਿਸ਼ਮਈ ਲੀਡਰ ਨਹੀਂ ਹੈ ਜਿਵੇਂ ਮਾਰਕਸਵਾਦ ਦੇ ਵਿੱਚ ਕਾਰਲ ਮਾਰਕਸ ਹੈ ਕਿ ਕੋਈ ਵੀ ਮਾਰਕਸਵਾਦੀ, ਕੋਈ ਵੀ ਸਮਾਜਵਾਦੀ ਮਾਰਕਸ ਨੂੰ ਦੀ ਨਿੰਦਿਆ ਨਹੀਂ ਕਰ ਸਕਦਾ। ਉਦਾਰਵਾਦ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਵਿਚਾਰਕ ਨਹੀਂ ਹੈ। ਸਾਰੇ ਵਿਚਾਰਕ ਆਪਸ ਦੇ ਵਿੱਚ ਬਰਾਬਰ ਹਨ। ਇਸ ਲਈ ਸਮੇਂ ਅਨੁਸਾਰ ਉਦਾਰਵਾਦੀਆਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਕੁਝ ਤਬਦੀਲੀਆਂ ਵੀ ਆਉਂਦੀਆਂ ਰਹੀਆਂ ਹਨ। ਜਿਹੜੀਆਂ ਮੁੱਖ ਤਬਦੀਲੀਆਂ ਨੇ ਉਹ ਰਾਜ ਦੀ ਆਰਥਿਕ ਖੇਤਰ ਦੇ ਵਿੱਚ ਦਖਲ ਅੰਦਾਜ਼ੀ ਦੇ ਸਬੰਧ ਵਿੱਚ ਹਨ, ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਆਰਥਿਕ ਖੇਤਰ ਨੂੰ ਬਿਲਕੁਲ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ, ਰਾਜ ਨੂੰ ਕੋਈ ਕਾਨੂੰਨ ਜਾਂ ਰੂਲ ਰੈਗੂਲੇਸ਼ਨ ਨਹੀਂ ਬਣਾਉਣਾ ਚਾਹੀਦਾ ਇਕਨੋਮੀ ਨੂੰ ਰੈਗੂਲੇਟ ਕਰਨ ਲਈ। ਪਰੰਤੂ ਉਸ ਦਾ ਇੱਕ ਮਾੜਾ ਪ੍ਰਭਾਵ ਇਹ ਪਿਆ ਕਿ ਜਿਹੜੇ ਪੂੰਜੀਪਤੀ ਲੋਕ ਸੀ, ਫੈਕਟਰੀਆਂ ਵਾਲੇ ਲੋਕ ਸੀ, ਉਹ ਅਮੀਰ ਹੁੰਦੇ ਗਏ। ਜਿਹੜੇ ਕੰਮ ਕਰਨ ਵਾਲੇ ਲੋਕ ਸੀ, ਵਰਕਰ ਲੋਕ ਸੀ, ਉਹ ਹੋਰ ਗਰੀਬ ਹੁੰਦੇ ਗਏ। ਅਮੀਰ ਗਰੀਬ ਦਾ ਡਿਫਰੈਂਸ ਬਹੁਤ ਜ਼ਿਆਦਾ ਵਧਣ ਲੱਗਿਆ। 19ਵੀਂ ਸਦੀ ਦੇ ਅੱਧ ਵਿੱਚ ਇਹਨਾਂ ਉਦਾਰਵਾਦੀਆਂ ਨੇ ਆਪਣੇ ਵਿਚਾਰਾਂ ਦੇ ਵਿੱਚ ਕੁਝ ਤਬਦੀਲੀ ਕੀਤੀ। ਇਹਨਾਂ ਨੇ ਕਿਹਾ ਨਹੀਂ, ਰਾਜ ਨੂੰ, ਇਕਨੋਮੀ ਨੂੰ ਬਿਲਕੁਲ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਰਾਜ ਨੂੰ, ਇਕਨੋਮੀ ਨੂੰ ਰੈਗੂਲੇਟ ਕਰਨਾ ਚਾਹੀਦਾ ਹੈ। ਗੈਰ ਦਖਲੀ ਦੀ ਨੀਤੀ ਦੀ ਥਾਂ ਰਾਜ ਨੂੰ ਨਿਯਮਿਤ ਅਰਥ ਵਿਵਸਥਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਭਾਵ ਰੂਲ ਰੈਗੂਲੇਸ਼ਨ ਬਣਾਉਣੇ ਚਾਹੀਦੇ ਹਨ ਕਿ ਕਿੰਨੇ ਘੰਟੇ ਕੰਮ ਕਰਵਾਇਆ ਜਾ ਸਕਦਾ ਹੈ ਵਰਕਰ ਤੋਂ, ਕਿੰਨੀਆਂ ਛੁੱਟੀਆਂ ਦੇਣੀਆਂ ਪੈਣਗੀਆਂ, ਕਿੰਨੀ ਉਹਨੂੰ ਘੱਟੋ ਘੱਟ ਮਜ਼ਦੂਰੀ ਦੇਣੀ ਪਵੇਗੀ, ਅਤੇ ਰਾਜ ਨੂੰ ਕਲਿਆਣਕਾਰੀ ਕੰਮ ਵੀ ਕਰਨੇ ਚਾਹੀਦੇ ਹਨ। ਪਹਿਲਾਂ ਕਹਿੰਦੇ ਸੀ ਇਹ ਕਲਿਆਣਕਾਰੀ ਕੰਮ ਨਹੀਂ ਕਰਨੇ ਚਾਹੀਦੇ, ਜਿਹੜਾ ਨਕਾਰਾਤਮਕ ਉਦਾਰਵਾਦ ਹੈ। ਫਿਰ ਇਹਨਾਂ ਨੇ ਕਿਹਾ ਨਹੀਂ, ਕਲਿਆਣਕਾਰੀ ਕੰਮ ਜਿਵੇਂ ਲੋਕਾਂ ਨੂੰ ਐਜੂਕੇਸ਼ਨ ਦੇਣਾ ਫ੍ਰੀ, ਲੋਕਾਂ ਨੂੰ ਹੈਲਥ ਸਹੂਲਤ ਦੇਣਾ, ਲੋਕਾਂ ਨੂੰ ਬੁਢਾਪਾ ਪੈਨਸ਼ਨ ਦੇਣਾ, ਸਟੇਟ ਨੂੰ ਇਹ ਕੰਮ ਵੀ ਕਰਨੇ ਚਾਹੀਦੇ ਹਨ। ਜਿਹੜੀ ਉਦਾਰਵਾਦੀਆਂ ਦੇ ਵਿਚਾਰਾਂ ਦੇ ਵਿੱਚ ਤਬਦੀਲੀ ਆਈ, ਇਸ ਨੂੰ ਅਸੀਂ ਕਹਿੰਦੇ ਕਿ ਇਹ ਨਕਾਰਾਤਮਕ ਤੋਂ ਭਾਵਨਾ ਪੱਖੀ ਉਦਾਰਵਾਦ ਤੋਂ ਸਕਾਰਾਤਮਕ ਉਦਾਰਵਾਦ ਦੇ ਰੂਪ 'ਚ ਨੂੰ ਬਦਲ ਗਿਆ, ਪੋਜ਼ਿਟਿਵ ਲਿਬਰਲਿਜ਼ਮ ਬਣ ਗਿਆ। ਇਸ ਨੂੰ ਸਮਕਾਲੀ ਉਦਾਰਵਾਦ ਜਾਂ ਕੰਟੈਂਪਰੇਰੀ ਲਿਬਰਲਿਜ਼ਮ ਵੀ ਅਸੀਂ ਕਹਿ ਦਿੰਦੇ ਹਾਂ, ਜਿਹੜਾ ਕਹਿੰਦਾ ਹੈ ਕਿ ਰਾਜ ਨੂੰ, ਆਰਥਿਕ ਖੇਤਰ ਨੂੰ ਜਾਂ ਲੋਕਾਂ ਨੂੰ ਬਿਲਕੁਲ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਜਿਹੜੇ ਕਮਜ਼ੋਰ ਨੇ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਦਾਰਵਾਦ ਦੇ ਸਰੂਪ ਦੇ ਵਿੱਚ ਇਹ ਮੁੱਖ ਤਬਦੀਲੀ ਆਈ 19ਵੀਂ ਸਦੀ ਦੇ ਅੱਧ ਵਿੱਚ। ਜਿਹੜੇ ਸਕਾਰਾਤਮਕ ਉਦਾਰਵਾਦ ਦੇ ਮੁੱਖ ਸਮਰਥਕ ਨੇ ਉਹਨਾਂ ਦੇ ਵਿੱਚ TH ਗ੍ਰੀਨ, ਹੈਰਲਡ ਜੇ ਲਾਸਕੀ, ਅਰਨੈਸਟ ਬਾਰਕਰ, ਇਹ ਕੁਝ ਉਦਾਹਰਨਾਂ ਨੇ। ਬਾਕੀ ਅਨੇਕਾਂ ਵਿਦਵਾਨ ਨੇ, ਅਨੇਕਾਂ ਫਿਲਾਸਫਰ ਨੇ ਜਿਨ੍ਹਾਂ ਨੇ ਸਕਾਰਾਤਮਕ ਉਦਾਰਵਾਦ ਦੀ ਧਾਰਨਾ ਦਾ ਸਮਰਥਨ ਕੀਤਾ ਹੈ। ਲੋਕਤੰਤਰ ਸੰਬੰਧੀ ਜਿਹੜੇ ਇਹਨਾਂ ਦੇ ਮੁੱਖ ਵਿਚਾਰ ਹਨ ਕਿ ਲੋਕਤੰਤਰ ਕੀ ਹੈ, ਲੋਕਤੰਤਰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹਨਾਂ ਨੂੰ ਹੁਣ ਅਸੀਂ ਅਧਿਐਨ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਮਨੁੱਖ ਦੀ ਵਿਵੇਕਸ਼ੀਲਤਾ ਦੇ ਵਿੱਚ ਭਰੋਸਾ ਰੱਖਦੇ ਹਨ। ਇਹਨਾਂ ਦੇ ਅਨੁਸਾਰ ਹਰ ਵਿਅਕਤੀ ਹੈ ਜਿਹੜਾ ਉਹ ਇੱਕ ਵਿਵੇਕਸ਼ੀਲ ਪ੍ਰਾਣੀ ਹੈ, ਉਸ ਨੂੰ ਆਪਣੇ ਚੰਗੇ ਮਾੜੇ ਦਾ ਗਿਆਨ ਹੈ। ਹਰ ਵਿਅਕਤੀ ਹੈ ਜਿਹੜਾ ਉਹ ਆਪਣੇ ਚੰਗੇ ਬਾਰੇ, ਆਪਣੇ ਭਲੇ ਬਾਰੇ, ਆਪਣੀ ਬੁਰਾਈ ਬਾਰੇ ਸਹੀ ਜੱਜਮੈਂਟ ਕਰ ਸਕਦਾ ਹੈ। ਆਪਣੀ ਵਿਵੇਕਸ਼ੀਲਤਾ ਕਾਰਨ ਵਿਅਕਤੀ ਆਪਣੇ ਆਪ ਤੇ ਕੰਟਰੋਲ ਵੀ ਕਰ ਸਕਦਾ ਹੈ। ਇਹ ਨਹੀਂ ਹੈ ਵੀ ਹਰ ਥਾਂ ਤੇ ਉਹਨੂੰ ਸੋਸਾਇਟੀ ਕੰਟਰੋਲ ਕਰੇਗੀ ਜਾਂ ਸਟੇਟ ਕੰਟਰੋਲ ਕਰੇਗੀ, ਕਿਉਂਕਿ ਹਰ ਵਿਅਕਤੀ ਸਿਆਣਾ ਹੈ। ਇਸ ਲਈ ਹਰ ਵਿਅਕਤੀ ਦੇ ਵਿੱਚ ਸੈਲਫ ਕੰਟਰੋਲ ਵੀ ਹੈ। ਇਸ ਲਈ ਜੇ ਉਸ ਨੂੰ ਨਾ ਵੀ ਰੋਕਿਆ ਜਾਵੇ ਸਟੇਟ ਦੁਆਰਾ, ਸੋਸਾਇਟੀ ਦੁਆਰਾ, ਤਾਂ ਵੀ ਉਹ ਸ਼ਾਂਤੀਪੂਰਵਕ ਮਾਹੌਲ ਦੇ ਵਿੱਚ ਅਧਿਕਾਰਾਂ ਨੂੰ, ਸੁਤੰਤਰਤਾਵਾਂ ਨੂੰ ਮਾਣ ਸਕਦਾ ਹੈ। ਵਿਵੇਕਸ਼ੀਲਤਾ ਤੇ ਇਹ ਕਹਿੰਦੇ ਵੀ ਕਿਸੇ ਇੱਕ ਵਰਗ ਦੀ ਇਜਾਰਾਦਾਰੀ ਨਹੀਂ ਹੁੰਦੀ। ਇਹ ਨਹੀਂ ਹੈ ਵੀ ਜਿਹੜੇ ਸਿਆਣਪ ਹੈ ਉਹ ਰਾਜੇ ਮਹਾਰਾਜਿਆਂ ਤੱਕ ਜਾਂ ਅਹਿਲਕਾਰਾਂ ਤੱਕ ਹੀ ਸੀਮਿਤ ਹੈ, ਸਾਰੇ ਲੋਕ ਸਿਆਣੇ ਹੁੰਦੇ ਹਨ। ਤੇ ਦੂਜੇ ਪਾਸੇ ਜਿਹੜੇ ਰਾਜਨੀਤਿਕ ਮਸਲੇ ਨੇ ਉਹਨਾਂ ਦਾ ਸੰਬੰਧ ਵੀ ਸਾਰਿਆਂ ਨਾਲ ਹੁੰਦਾ ਹੈ। ਇਸ ਲਈ ਰਾਜਨੀਤਿਕ ਮਸਲਿਆਂ ਦੇ ਵਿੱਚ ਜਦੋਂ ਕੋਈ ਡਿਸੀਜਨ ਲੈਣਾ ਹੈ, ਜਿਵੇਂ ਸ਼ਾਸਕਾਂ ਦੀ ਚੋਣ ਕਰਨੀ ਹੈ, ਉਹ ਸਾਰੇ ਲੋਕਾਂ ਦਾ ਹੱਕ ਹੋਣਾ ਚਾਹੀਦਾ ਹੈ, ਉਹ ਕੁਝ ਲੋਕਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਉਦਾਰਵਾਦ ਦੇ ਜਿਹੜੇ ਸਮਰਥਕ ਹਨ ਉਹ ਸਮਾਨਤਾ ਨੂੰ ਬਹੁਤ ਮਹੱਤਤਾ ਦਿੰਦੇ ਹਨ। ਉਦਾਰਵਾਦ ਦਾ ਜਿਹੜਾ ਲੋਕਤੰਤਰੀ ਸਿਧਾਂਤ ਹੈ ਉਹ ਸਮਾਨਤਾ ਦੇ ਸਿਧਾਂਤ ਤੇ ਆਧਾਰਿਤ ਹੈ। ਇਹਨਾਂ ਨੇ ਜਿਹੜਾ ਲੋਕਤੰਤਰ ਪੇਸ਼ ਕੀਤਾ ਹੈ,
ਲੋਕਤੰਤਰੀ ਸੰਸਥਾਵਾਂ ਦੀ ਜਿਨ੍ਹਾਂ ਦੀ ਇਹ ਮੰਗ ਕਰਦੇ ਸੀ, ਉਹਨਾਂ ਦੇ ਵਿੱਚ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ, ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੁੰਦਾ ਹੈ, ਹਰ ਵਿਅਕਤੀ ਦੀ ਜਿਹੜੀ ਪੋਲੀਟੀਕਲ ਵੈਲਿਊ ਹੈ ਉਹ ਬਰਾਬਰ ਹੁੰਦੀ ਹੈ। ਵੋਟ ਦਾ ਅਧਿਕਾਰ ਹੈ ਜਿਹੜਾ ਉਸ ਨਾ ਸਿੱਖਿਆ ਨਾਲ ਜੁੜਿਆ ਹੁੰਦਾ ਹੈ, ਨਾ ਪ੍ਰਾਪਰਟੀ ਨਾਲ ਜੁੜਿਆ ਹੁੰਦਾ ਹੈ। ਹਰ ਵਿਅਕਤੀ ਨੂੰ ਇੱਕ ਨਿਸ਼ਚਿਤ ਉਮਰ ਪੂਰੀ ਕਰਨ ਤੋਂ ਬਾਅਦ ਵੋਟ ਦਾ ਅਧਿਕਾਰ ਮਿਲਦਾ ਹੈ। ਉਹ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਬਰਾਬਰ ਹੁੰਦਾ ਹੈ। ਇੱਕ ਐਜੂਕੇਟਡ ਪਰਸਨ, ਇੱਕ ਅਮੀਰ ਪਰਸਨ, ਇੱਕ ਗਰੀਬ ਤੇ ਇੱਕ ਅਨਐਜੂਕੇਟਡ ਵਿਅਕਤੀ, ਸਾਰਿਆਂ ਦੀ ਜਿਹੜੀ ਵੋਟ ਦੀ ਵੈਲਿਊ ਹੈ ਉਹ ਆਪਸ ਦੇ ਵਿੱਚ ਬਰਾਬਰ ਹੁੰਦੀ ਹੈ। ਤੀਸਰਾ ਇਹਨਾਂ ਦਾ ਵਿਸ਼ਵਾਸ ਹੈ ਸੁਤੰਤਰਤਾ ਵਿੱਚ। ਸੁਤੰਤਰਤਾ ਨੂੰ ਉਦਾਰਵਾਦ ਬਹੁਤ ਮਹੱਤਤਾ ਦਿੰਦਾ ਹੈ, ਕਿਉਂਕਿ ਉਦਾਰਵਾਦ ਦਾ ਮੀਨਿੰਗ ਇਹੀ ਹੈ, ਪਾਬੰਦੀ ਦੀ ਅਣਹੋਂਦ ਜਾਂ ਸੁਤੰਤਰਤਾ। ਇਹ ਸਿਧਾਂਤ ਕਹਿੰਦਾ ਹੈ ਕਿ ਵਿਅਕਤੀ ਨੂੰ ਜੀਵਨ ਦੇ ਹਰ ਖੇਤਰ ਦੇ ਵਿੱਚ ਵੱਧ ਤੋਂ ਵੱਧ ਸੁਤੰਤਰਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਜੇਕਰ ਸੁਤੰਤਰਤਾ ਤੇ ਕੋਈ ਰੋਕ ਲਾਉਣੀ ਹੈ ਤਾਂ ਰੋਕ ਤਰਕਸੰਗਤ ਆਧਾਰ ਤੇ ਬੇਸਡ ਹੋਣੀ ਚਾਹੀਦੀ ਹੈ। ਉਸਦੇ ਪਿੱਛੇ ਕੋਈ ਲੌਜਿਕ ਹੋਣਾ ਚਾਹੀਦਾ ਹੈ ਕਿ ਇਸ ਵਿਅਕਤੀ ਨੂੰ ਇਹ ਕੰਮ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਮਨਮਰਜ਼ੀ ਨਾਲ ਕਿਸੇ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ ਕੁਝ ਕਰਨ ਤੋਂ। ਵਿਚਾਰਾਂ ਦਾ ਪ੍ਰਗਟਾਵਾ ਹੈ ਜਿਹੜਾ ਉਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਦਾਰਵਾਦੀਆਂ ਦੇ ਅਨੁਸਾਰ, ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਜੇ ਕਿਸੇ ਵਿਅਕਤੀ ਦੇ ਵਿਚਾਰ ਸਾਰੀ ਸੁਸਾਇਟੀ ਤੋਂ ਉਲਟ ਵੀ ਹੋਣ ਤਾਂ ਵੀ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਜੇ ਉਸਦੇ ਵਿਚਾਰ ਗਲਤ ਹੋਣਗੇ ਤਾਂ ਉਹ ਨਸ਼ਟ ਹੋ ਜਾਣਗੇ ਸੱਚ ਨਾਲ ਟਕਰਾ ਕੇ। ਜੇ ਉਸਦੇ ਵਿਚਾਰ ਸਹੀ ਹੋਣਗੇ ਤਾਂ ਉਸ ਦਾ ਲਾਭ ਸਾਰੀ ਦੁਨੀਆ ਨੂੰ ਹੋਵੇਗਾ। ਇਸ ਲਈ ਕਿਸੇ ਦੇ ਵਿਚਾਰਾਂ ਨੂੰ ਸਨੱਬ ਨਹੀਂ ਕਰਨਾ ਚਾਹੀਦਾ। ਹਰ ਵਿਅਕਤੀ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਦਾਰਵਾਦੀ ਕਹਿੰਦੇ ਨੇ ਕਿ ਹਰ ਵਿਅਕਤੀ ਨੂੰ ਆਪਣੇ ਹਿੱਤਾਂ ਦੀ ਸੁਰੱਖਿਆ ਲਈ ਯੂਨੀਅਨ ਜਾਂ ਸੰਘ ਸੰਸਥਾ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕੋਈ ਕਿੱਤਾ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕੋਈ ਕਿਤੇ ਘੁੰਮਣ ਫਿਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਕਿਤੇ ਵੀ ਰਹਿਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਇਹ ਸੁਤੰਤਰਤਾਵਾਂ ਨੇ ਜਿਹੜੀਆਂ ਇਹ ਉਦਾਰਵਾਦ ਦਾ ਆਧਾਰ ਹਨ। ਉਦਾਰਵਾਦ ਭਾਈਚਾਰੇ ਵਿੱਚ ਯਕੀਨ ਰੱਖਦਾ ਹੈ, ਭਾਈਚਾਰੇ ਦਾ ਭਰਾਤਰੀ ਭਾਵ ਦਾ ਸਮਰਥਨ ਕਰਦਾ ਹੈ। ਉਦਾਰਵਾਦ ਕਹਿੰਦਾ ਹੈ ਕਿ ਸੁਸਾਇਟੀ ਦੇ ਲੋਕ ਬੇਸ਼ੱਕ ਅਲੱਗ-ਅਲੱਗ ਨਸਲਾਂ ਦੇ ਹੋਣ, ਅਲੱਗ-ਅਲੱਗ ਜਾਤਾਂ ਦੇ ਹੋਣ, ਅਲੱਗ-ਅਲੱਗ ਧਰਮਾਂ ਦੇ ਹੋਣ, ਪਰੰਤੂ ਉਹਨਾਂ ਦੇ ਵਿੱਚ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ। ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੋ ਸਕਦੇ ਹਨ, ਪਰੰਤੂ ਉਹਨਾਂ ਦੇ ਵਿੱਚ ਮਨੁੱਖ ਹੋਣ ਦੇ ਨਾਤੇ ਆਪਸ ਦੇ ਵਿੱਚ ਭਾਈਚਾਰਾ ਹੋਣਾ ਚਾਹੀਦਾ ਹੈ। ਸਰਕਾਰ ਲਈ ਸਾਰੇ ਉਹ ਬਰਾਬਰ ਹੋਣੇ ਚਾਹੀਦੇ ਹਨ। ਕਿਸੇ ਵੀ ਵਿਅਕਤੀ ਨੂੰ ਜਾਤ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਨਸਲ ਦੇ ਆਧਾਰ ਤੇ ਨਾ ਤਾਂ ਕੋਈ ਵਿਸ਼ੇਸ਼ ਲਾਭ ਮਿਲਣਾ ਚਾਹੀਦਾ ਹੈ ਨਾ ਹੀ ਕਿਸੇ ਵਿਅਕਤੀ ਨੂੰ ਇਹਨਾਂ ਆਧਾਰਾਂ ਤੇ ਸਰਕਾਰੀ ਨੀਤੀਆਂ ਦਾ, ਕਾਨੂੰਨਾਂ ਦਾ ਟਾਰਗੇਟ ਬਣਾਇਆ ਜਾਣਾ ਚਾਹੀਦਾ ਹੈ। ਉਦਾਰਵਾਦ ਲੋਕ ਸਹਿਮਤੀ ਤੇ ਆਧਾਰਿਤ ਸਰਕਾਰ ਨੂੰ ਸਭ ਤੋਂ ਵਧੀਆ ਸਰਕਾਰ ਮੰਨਦਾ ਹੈ। ਪੀਟਰ ਐਚ ਮਰਕਲ ਜਿਹੜੇ ਇੱਕ ਆਧੁਨਿਕ ਸਮੇਂ ਦੇ ਰਾਜਨੀਤੀ ਸ਼ਾਸਤਰ ਦੇ ਬਹੁਤ ਵੱਡੇ ਵਿਦਵਾਨ ਹਨ, ਉਹਨਾਂ ਨੇ ਉਦਾਰਵਾਦੀ ਸਿਧਾਂਤ ਦੀਆਂ ਜਿਹੜੀਆਂ ਲੋਕਤੰਤਰ ਸੰਬੰਧੀ ਧਾਰਨਾਵਾਂ ਨੇ ਉਹਨਾਂ ਦੀ ਵਿਆਖਿਆ ਕਰਦਿਆਂ ਕਿਹਾ ਹੈ ਕਿ ਉਦਾਰਵਾਦੀ ਸਿਧਾਂਤ ਅਨੁਸਾਰ ਉਹ ਸਰਕਾਰ ਸਭ ਤੋਂ ਚੰਗੀ ਨਹੀਂ ਹੁੰਦੀ ਜਿਹੜੀ ਸਭ ਤੋਂ ਚੰਗੇ ਕੰਮ ਕਰਦੀ ਹੈ, ਜਿਹੜੀ ਸਭ ਤੋਂ ਕੁਸ਼ਲ ਹੈ, ਜਿਹੜੀ ਸਭ ਤੋਂ ਜ਼ਿਆਦਾ ਫਿੱਟ ਫਾਟ ਹੈ, ਬਲਕਿ ਉਹ ਸਰਕਾਰ ਸਭ ਤੋਂ ਚੰਗੀ ਹੁੰਦੀ ਹੈ ਜਿਹੜੀ ਲੋਕਾਂ ਦੀ ਸਹਿਮਤੀ ਤੇ ਆਧਾਰਿਤ ਹੈ। ਲੋਕਤੰਤਰੀ ਸਰਕਾਰ ਸਹਿਮਤੀ ਤੇ ਆਧਾਰਿਤ ਹੁੰਦੀ ਹੈ, ਇਸ ਲਈ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ, ਲੋਕਾਂ ਦੀਆਂ ਉਮੀਦਾਂ ਪ੍ਰਤੀ ਜ਼ਿਆਦਾ ਸੰਜੀਦਾ ਹੁੰਦੀ ਹੈ, ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਲੋਕਤੰਤਰ ਦੇ ਵਿੱਚ ਲੋਕਾਂ ਦੇ ਅਧਿਕਾਰ, ਲੋਕਾਂ ਦੀਆਂ ਸੁਤੰਤਰਤਾਵਾਂ ਉਹ ਬੜੀ ਆਸਾਨੀ ਦੇ ਨਾਲ ਸੁਰੱਖਿਅਤ ਰਹਿ ਸਕਦੇ ਹਨ, ਕਿਉਂਕਿ ਲੋਕਤੰਤਰੀ ਸਰਕਾਰ ਹੈ ਜਿਹੜੀ ਉਸ ਦੇ ਵਿੱਚ ਸਹਿਮਤੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ। ਲੋਕਤੰਤਰੀ ਸਰਕਾਰ ਲੋਕਾਂ ਦੀਆਂ ਵੋਟਾਂ ਨਾਲ ਬਣਦੀ ਹੈ। ਵੋਟਾਂ ਲੋਕਾਂ ਤੋਂ ਸਹਿਮਤੀ ਲੈਣ ਦਾ ਇੱਕ ਜ਼ਰੀਆ ਹੈ। ਇਸ ਲਈ ਲੋਕਤੰਤਰੀ ਸਰਕਾਰ ਲੋਕਾਂ ਦੀਆਂ ਉਮੀਦਾਂ ਪ੍ਰਤੀ ਜ਼ਿਆਦਾ ਸੰਜੀਦਾ ਹੁੰਦੀ ਹੈ ਉਦਾਰਵਾਦ ਦੇ ਅਨੁਸਾਰ। ਉਦਾਰਵਾਦੀ ਮੰਨਦੇ ਹਨ ਕਿ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸ਼ਕਤੀ ਦੀ ਪ੍ਰਾਪਤੀ ਲਈ ਖੁੱਲ੍ਹਾ ਮੁਕਾਬਲਾ ਹੋਣਾ ਚਾਹੀਦਾ ਹੈ। ਸ਼ਕਤੀ ਪ੍ਰਾਪਤ ਕਰਨ ਦੇ ਜਿਹੜੇ ਚਾਹਵਾਨ ਲੋਕ ਨੇ ਆਪਣੇ ਆਪ ਨੂੰ ਰਾਜਨੀਤਿਕ ਦਲਾਂ ਦੇ ਰੂਪ ਦੇ ਵਿੱਚ ਸੰਗਠਿਤ ਕਰਦੇ ਹਨ, ਪੋਲੀਟੀਕਲ ਪਾਰਟੀਆਂ ਬਣਾਉਂਦੇ ਹਨ, ਫਿਰ ਆਪਣਾ ਪ੍ਰੋਗਰਾਮ ਲੋਕਾਂ ਅੱਗੇ ਰੱਖਦੇ ਹਨ। ਜਿਹੜੀਆਂ ਵਿਰੋਧੀ ਪਾਰਟੀਆਂ ਹਨ ਉਹਨਾਂ ਦੀਆਂ ਜਿਹੜੀਆਂ ਕਮੀਆਂ ਨੂੰ ਲੋਕਾਂ ਦੇ ਅੱਗੇ ਰੱਖਦੇ ਹਨ, ਲੋਕਾਂ ਨਾਲ ਵਾਅਦੇ ਕਰਦੇ ਹਨ, ਲੋਕਾਂ ਦੇ ਜੀਵਨ ਨੂੰ ਵਧੀਆ ਬਣਾਉਣ ਦੇ, ਸੁਖਾਲਾ ਬਣਾਉਣ ਦੇ। ਭਾਵ ਸ਼ਕਤੀ ਪ੍ਰਾਪਤ ਕਰਨ ਲਈ ਰਾਜਨੀਤਿਕ ਧਿਰਾਂ ਦੇ ਵਿੱਚ, ਰਾਜਨੀਤਿਕ ਦਲਾਂ ਦੇ ਵਿੱਚ ਓਪਨ ਕੰਪੀਟੀਸ਼ਨ ਹੁੰਦਾ ਹੈ, ਲੁਕਵਾਂ ਕੰਪੀਟੀਸ਼ਨ ਨਹੀਂ ਹੁੰਦਾ, ਖੁੱਲ੍ਹਾ ਮੁਕਾਬਲਾ ਹੁੰਦਾ ਹੈ। ਹਰੇਕ ਦਲ ਆਪਣੇ ਹੱਕ ਦੇ ਵਿੱਚ ਵਿਰੋਧੀਆਂ ਦੇ ਵਿਰੁੱਧ ਪ੍ਰਚਾਰ ਕਰਦਾ ਹੈ, ਲੋਕਾਂ ਦੀਆਂ ਵੋਟਾਂ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਰਾਜਨੀਤਿਕ ਸ਼ਕਤੀ ਪ੍ਰਾਪਤ ਕੀਤੀ ਜਾ ਸਕੇ। ਪਰੰਤੂ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਲਈ ਸ਼ਰਤ ਹੈ ਕਿ ਸੰਵਿਧਾਨਕ ਸਾਧਨਾਂ ਵਿੱਚ ਵਿਸ਼ਵਾਸ ਹੋਵੇ। ਸਾਰੇ ਜਿਹੜੇ ਲੀਡਰ ਹਨ, ਸਾਰੀਆਂ ਪਾਰਟੀਆਂ ਹਨ, ਇੱਕ ਦੂਸਰੇ ਦਾ ਵਿਰੋਧ ਕਰਦੇ ਹਨ, ਆਪਣੇ ਪ੍ਰੋਗਰਾਮ ਲੋਕਾਂ ਤੱਕ ਪਹੁੰਚਾਉਂਦੇ ਹਨ, ਪਰੰਤੂ ਜਿਹੜੇ ਇਹ ਸ਼ਕਤੀ ਪ੍ਰਾਪਤੀ ਦੇ ਸਾਧਨ ਨੇ ਉਹ ਸੰਵਿਧਾਨਕ ਸਾਧਨਾਂ ਤੱਕ ਸੀਮਿਤ ਹੁੰਦੇ ਹਨ। ਭਾਵ ਕੋਈ ਡਾਂਗ ਸੋਟੇ ਦੀ ਵਰਤੋਂ ਨਹੀਂ ਕੀਤੀ ਜਾਂਦੀ, ਆਪਣੇ ਵਿਚਾਰ ਲੋਕਾਂ ਅੱਗੇ ਰੱਖੇ ਜਾਂਦੇ ਹਨ, ਵਿਰੋਧੀਆਂ ਦੀਆਂ ਕਮਜ਼ੋਰੀਆਂ ਲੋਕਾਂ ਅੱਗੇ ਰੱਖੀਆਂ ਜਾਂਦੀਆਂ ਹਨ। ਫਿਰ ਲੋਕਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਸਿਲੈਕਟ ਕਰਨਾ ਹੈ ਕਿ ਕਿਹੜੀ ਰਾਜਨੀਤਿਕ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ, ਸਰਕਾਰ ਬਣਾਉਣ ਦਾ ਮੌਕਾ ਦੇਣਾ ਹੈ।
ਸ਼ਕਤੀ ਪ੍ਰਾਪਤ ਕਰਨ ਲਈ ਹਿੰਸਕ ਸਾਧਨ, ਗੈਰ ਕਾਨੂੰਨੀ ਸਾਧਨ ਨੇ ਜਿਹੜੇ ਉਹ ਪੂਰੀ ਤਰ੍ਹਾਂ ਵਰਜਿਤ ਮੰਨੇ ਜਾਂਦੇ ਹਨ ਉਦਾਰਵਾਦ ਅਨੁਸਾਰ ਲੋਕਤੰਤਰ ਦੇ ਵਿੱਚ। ਰਾਜਨੀਤਿਕ ਦਲਾਂ ਨੂੰ ਨਿਸ਼ਚਿਤ ਵਿਧੀ ਅਨੁਸਾਰ ਸਹੁੰ ਪੱਤਰ ਵੀ ਦੇਣਾ ਪੈਂਦਾ ਹੈ। ਹਰ ਰਾਜਨੀਤਿਕ ਪ੍ਰਣਾਲੀ ਵਿੱਚ ਕੋਈ ਵਿਧੀ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਬਣਦੀ ਹੈ ਉਹਨਾਂ ਨੂੰ ਇਹ ਐਫੀਡੈਵਿਟ, ਇਹ ਸਹੁੰ ਪੱਤਰ ਦੇਣਾ ਪਵੇਗਾ ਕਿ ਸਾਨੂੰ ਸੰਵਿਧਾਨਕ ਸਾਧਨਾਂ ਵਿੱਚ ਪੂਰਾ ਵਿਸ਼ਵਾਸ ਹੈ। ਅਸੀਂ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਾਂਗੇ, ਪਰੰਤੂ ਸੰਵਿਧਾਨ ਦੇ ਅਨੁਸਾਰ ਸੰਵਿਧਾਨਕ ਦਾਇਰੇ ਦੇ ਵਿੱਚ ਰਹਿੰਦੇ ਹੋਏ। ਉਦਾਰਵਾਦੀ ਲੋਕਤੰਤਰ ਦੇ ਵਿੱਚ ਬਹੁਮਤ ਦਾ ਸ਼ਾਸਨ ਹੁੰਦਾ ਹੈ। ਉਦਾਰਵਾਦੀ ਇਸ ਤੱਥ ਨਾਲ ਸਹਿਮਤ ਹਨ ਕਿ ਕਿਸੇ ਵੀ ਸੁਸਾਇਟੀ ਦੇ ਵਿੱਚ ਸਰਬਸੰਮਤੀ ਨਹੀਂ ਹੋ ਸਕਦੀ। ਕਿਸੇ ਵੀ ਸਮਾਜ ਦੇ ਵਿੱਚ ਸਾਰੇ ਲੋਕ ਇੱਕ ਪ੍ਰੋਗਰਾਮ ਤੇ, ਇੱਕ ਰਾਜਨੀਤਿਕ ਧਿਰ ਤੇ ਸਹਿਮਤ ਨਹੀਂ ਹੋ ਸਕਦੇ। ਇਸ ਲਈ ਜਿਹੜਾ ਬਹੁਮਤ ਵਾਲਾ ਦਲ ਬਣਦਾ ਹੈ, ਜਿਸ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲਦੀਆਂ ਹਨ, ਉਸ ਪਾਰਟੀ ਨੂੰ ਸ਼ਾਸਨ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਦਾਰਵਾਦੀ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਘੱਟ ਗਿਣਤੀ ਵਿੱਚ ਹਨ, ਉਹਨਾਂ ਦੇ ਵੀ ਕੁਝ ਨੁਮਾਇੰਦੇ ਸਦਨ ਦੇ ਵਿੱਚ ਹੁੰਦੇ ਹਨ, ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਹੁੰਦੇ ਹਨ। ਉਹ ਸਰਕਾਰ ਦੀਆਂ ਗਲਤੀਆਂ ਨੂੰ, ਸਰਕਾਰ ਦੀਆਂ ਕਮੀਆਂ ਨੂੰ, ਸਰਕਾਰ ਦੀਆਂ ਮਨਮਰਜ਼ੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਹਨ। ਪਰੰਤੂ ਜਿਹੜਾ ਪਾਲਿਸੀ ਫਾਰਮੂਲੇਸ਼ਨ ਦਾ ਕੰਮ ਹੈ ਉਹ ਬਹੁਮਤ ਵਾਲੀ ਧਿਰ ਕੋਲ ਹੁੰਦਾ ਹੈ, ਜਿਸ ਨੂੰ ਲੋਕਾਂ ਨੇ ਸ਼ਾਸਨ ਕਰਨ ਦਾ ਮੈਂਡੇਟ ਦਿੱਤਾ ਹੈ, ਅਧਿਕਾਰ ਦਿੱਤਾ ਹੈ। ਪੀਟਰ ਐਚ ਮਰਕਲ ਅੱਗੇ ਕਹਿੰਦੇ ਹਨ ਕਿ ਬਹੁਮਤ ਦੇ ਸ਼ਾਸਨ ਦਾ ਅਰਥ ਇਹ ਨਹੀਂ ਹੈ ਕਿ ਸਰਕਾਰ ਮਨਮਰਜ਼ੀ ਕਰੇ। ਕਿਸੇ ਸ਼ਾਸਨ ਪ੍ਰਬੰਧ ਨੂੰ ਲੋਕਤੰਤਰੀ ਸ਼ਾਸਨ ਪ੍ਰਬੰਧ ਤਾਂ ਮੰਨਿਆ ਜਾ ਸਕਦਾ ਹੈ ਜੇ ਉੱਥੇ ਘੱਟ ਗਿਣਤੀਆਂ ਦੇ ਅਧਿਕਾਰ ਸੁਰੱਖਿਅਤ ਹਨ। ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲੋਕਤੰਤਰ ਦੇ ਜਿਹੜੇ ਮੌਲਿਕ ਸਿਧਾਂਤ ਨੇ ਉਹਨਾਂ ਦੇ ਵਿੱਚ ਸ਼ਾਮਲ ਹੈ। ਜਿਹੜੀਆਂ ਘੱਟ ਗਿਣਤੀਆਂ ਨੇ ਉਹ ਰੰਗ ਦੇ ਆਧਾਰ ਤੇ ਹੋ ਸਕਦੀਆਂ ਨੇ, ਨਸਲ ਦੇ ਆਧਾਰ ਤੇ ਹੋ ਸਕਦੀਆਂ ਨੇ, ਧਰਮ ਦੇ ਆਧਾਰ ਤੇ ਹੋ ਸਕਦੀਆਂ ਨੇ, ਭਾਸ਼ਾ ਦੇ ਕਿਸੇ ਵੀ ਆਧਾਰ ਤੇ ਹੋ ਸਕਦੀਆਂ। ਇਹਨਾਂ ਦੀ ਸੁਰੱਖਿਆ ਲਈ ਕਾਨੂੰਨੀ ਵਿਵਸਥਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਸੰਵਿਧਾਨਕ ਵਿਵਸਥਾਵਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਫੈਸਲੇ ਮੈਜੋਰਿਟੀ ਨਾਲ ਲੈ ਜਾਂਦੇ ਹਨ। ਮੈਜੋਰਿਟੀ ਵਾਲੀ ਜਿਹੜੀ ਧਿਰ ਹੈ ਇਹਨਾਂ ਦੇ ਖਿਲਾਫ ਫੈਸਲੇ ਨਾ ਲਵੇ, ਕਾਨੂੰਨ ਸਾਜੀ ਹੈ ਜਿਹੜੀ ਘੱਟ ਗਿਣਤੀਆਂ ਦੇ ਵਿਰੁੱਧ ਨਾ ਕਰੇ। ਇਸ ਲਈ ਕਾਨੂੰਨੀ ਅਤੇ ਸੰਵਿਧਾਨਕ ਵਿਵਸਥਾਵਾਂ ਅਸਲੀ ਲੋਕਤੰਤਰ ਦੇ ਵਿੱਚ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰ ਸੁਰੱਖਿਅਤ ਰਹਿਣ, ਸਰਕਾਰ ਉਹਨਾਂ ਦੇ ਅਧਿਕਾਰਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ। ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਦੇ ਵਿੱਚ ਜੇ ਭਰੋਸਾ ਪੈਦਾ ਨਹੀਂ ਕਰ ਸਕਦਾ ਲੋਕਤੰਤਰ, ਤਾਂ ਉਸ ਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ। ਉਸ ਨੂੰ ਬਹੁਮਤ ਦੀ ਤਾਨਾਸ਼ਾਹੀ ਕਿਹਾ ਜਾ ਸਕਦਾ ਹੈ, ਬਹੁਮਤ ਦੀ ਮਨਮਰਜ਼ੀ ਕਿਹਾ ਜਾ ਸਕਦਾ ਹੈ। ਲੋਕਤੰਤਰ, ਜਿਸ ਨੂੰ ਲੋਕਾਂ ਦਾ ਸ਼ਾਸਨ, ਲੋਕਾਂ ਦੀ ਸਰਕਾਰ ਕਿਹਾ ਜਾਂਦਾ ਹੈ, ਉਹ ਤਾਂ ਹੀ ਅਸਲੀ ਲੋਕਤੰਤਰ ਮੰਨਿਆ ਜਾ ਸਕਦਾ ਹੈ ਜੇ ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਦੇ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ, ਸਰਕਾਰ ਉਹਨਾਂ ਦਾ ਪਾਲਣ ਵੀ ਕਰ ਰਹੀ ਹੈ। ਮਰਕਲ ਅੱਗੇ ਕਹਿੰਦੇ ਹਨ ਕਿ ਉਦਾਰਵਾਦੀ ਲੋਕਤੰਤਰ ਕਾਨੂੰਨ ਦੇ ਸ਼ਾਸਨ ਤੇ ਆਧਾਰਿਤ ਹੈ। ਉਦਾਰਵਾਦ ਅਨੁਸਾਰ ਲੋਕਤੰਤਰ ਦੇ ਵਿੱਚ ਕੋਈ ਵਿਅਕਤੀ ਸਰਵਉੱਚ ਨਹੀਂ ਹੁੰਦਾ। ਲੋਕਤੰਤਰ ਦੇ ਵਿੱਚ ਸਭ ਤੋਂ ਉੱਪਰ ਕਾਨੂੰਨ ਹੁੰਦਾ ਹੈ। ਕਾਨੂੰਨ ਦਾ ਨਿਰਮਾਣ ਲੋਕਾਂ ਦੁਆਰਾ ਚੁਣੇ ਪ੍ਰਤੀਨਿਧੀਆਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਭਾਵ ਜਿਵੇਂ ਅਸੀਂ MLA ਚੁਣਦੇ ਹਾਂ, ਸਟੇਟ ਪੱਧਰ ਤੇ ਕਾਨੂੰਨ ਬਣਾਉਂਦੇ ਹਨ, MP ਚੁਣਦੇ ਹਾਂ, ਨੈਸ਼ਨਲ ਲੈਵਲ ਤੇ ਸਾਡੇ ਲਈ ਕਾਨੂੰਨ ਬਣਾਉਂਦੇ ਹਨ, ਉਹਨਾਂ ਦੁਆਰਾ ਸਾਡੇ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਬਾਹਰੋਂ ਕਿਸੇ ਬਾਹਰੀ ਸੰਸਥਾ ਦੁਆਰਾ ਲੋਕਾਂ ਲਈ ਕਾਨੂੰਨ ਨਹੀਂ ਬਣਾਇਆ ਜਾਣਾ ਚਾਹੀਦਾ। ਸਰਕਾਰ ਨੂੰ ਵੀ ਆਪਣੇ ਕੰਮ ਨੇ ਜਿਹੜੇ ਕਾਨੂੰਨ ਦੀ ਸੀਮਾ ਦੇ ਵਿੱਚ ਰਹਿ ਕੇ ਹੀ ਕਰਨੇ ਚਾਹੀਦੇ ਹਨ। ਸਰਕਾਰ ਕੋਲ ਸ਼ਕਤੀ ਹੁੰਦੀ ਹੈ, ਅਥਾਰਟੀ ਹੁੰਦੀ ਹੈ। ਸਰਕਾਰ ਨੂੰ ਵੀ ਉਸ ਸ਼ਕਤੀ ਦੀ ਵਰਤੋਂ ਮਨਮਰਜ਼ੀ ਕਰਨ ਲਈ ਨਹੀਂ ਕਰਨੀ ਚਾਹੀਦੀ। ਉਸ ਸ਼ਕਤੀ ਦੀ ਵਰਤੋਂ ਕਾਨੂੰਨ ਦੇ ਅਧੀਨ ਰਹਿ ਕੇ ਸ਼ਾਸਨ ਕਰਨ ਲਈ ਕਰਨੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਤੋਂ ਬਿਨਾਂ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਅਤੇ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਹੋਣੇ ਚਾਹੀਦੇ ਹਨ। ਇਹ ਕਾਨੂੰਨ ਦੇ ਸ਼ਾਸਨ ਦੀਆਂ ਮੁੱਖ ਵਿਵਸਥਾਵਾਂ ਹਨ, ਮੁੱਖ ਵਿਸ਼ੇਸ਼ਤਾਵਾਂ ਹਨ। ਇਹ ਲੋਕਤੰਤਰ ਦੇ ਵਿੱਚ ਉਦਾਰਵਾਦ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ, ਤਾਂ ਲੋਕਤੰਤਰ ਨੂੰ ਅਸਲ ਲੋਕਤੰਤਰ, ਵਾਸਤਵ ਲੋਕਤੰਤਰ ਮੰਨਿਆ ਜਾ ਸਕਦਾ ਹੈ। ਉਦਾਰਵਾਦੀ ਕਹਿੰਦੇ ਹਨ ਕਿ ਸ਼ਕਤੀਆਂ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਵਿਕੇਂਦਰੀਕਰਨ ਹੋਵੇਗਾ, ਉਨਾ ਜ਼ਿਆਦਾ ਸ਼ਕਤੀਆਂ ਨੇ ਜਿਹੜੀਆਂ ਉਹ ਆਮ ਲੋਕਾਂ ਤੱਕ ਪਹੁੰਚਣਗੀਆਂ। ਜਿੰਨੀਆਂ ਆਮ ਲੋਕਾਂ ਤੱਕ ਪਹੁੰਚਣਗੀਆਂ, ਉਨਾ ਡੈਮੋਕ੍ਰੇਸੀ ਸਟਰੋਂਗ ਹੋਏਗੀ। ਜਿਵੇਂ ਇਸ ਨੂੰ ਅਸੀਂ ਐਗਜ਼ਾਮਪਲ ਦੇ ਥਰੂ ਅਸੀਂ ਸਮਝਦੇ ਹਾਂ। ਭਾਰਤ ਦੇ ਵਿੱਚ ਸਰਕਾਰ ਦੇ 3 ਪੱਧਰ ਹਨ ਮੁੱਖ: ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਸਥਾਨਕ ਸਰਕਾਰਾਂ। ਸਥਾਨਕ ਸਰਕਾਰਾਂ ਦੇ ਵਿੱਚ ਆਉਂਦੀਆਂ ਨੇ ਸਾਡੀਆਂ ਮਿਊਨਿਸਪਲ ਕਮੇਟੀਜ਼ ਅਤੇ ਪਿੰਡਾਂ ਦੀਆਂ ਪੰਚਾਇਤਾਂ। ਕਿਸੇ ਵਿਅਕਤੀ ਦਾ ਕੇਂਦਰ ਸਰਕਾਰ ਦੇ ਵਿੱਚ ਕੋਈ ਬਹੁਤਾ ਰੋਲ ਨਹੀਂ ਹੋ ਸਕਦਾ। ਰਾਜ ਸਰਕਾਰ ਦੇ ਵਿੱਚ ਵੀ ਆਮ ਵਿਅਕਤੀ ਦਾ ਕੋਈ ਬਹੁਤਾ ਰੋਲ ਨਹੀਂ ਹੋ ਸਕਦਾ। ਪਰ ਜਿਹੜੀਆਂ ਪੰਚਾਇਤਾਂ ਜਾਂ ਮਿਊਨਿਸਪੈਲਿਟੀਜ਼ ਹਨ, ਉੱਥੇ ਹਰ ਵਿਅਕਤੀ ਦੀ ਪਹੁੰਚ ਹੁੰਦੀ ਹੈ। ਇਸ ਲਈ ਜਿਹੜੀ ਪਾਵਰ ਸਥਾਨਕ ਸਰਕਾਰਾਂ ਨੂੰ ਦਿੱਤੀ ਗਈ ਹੈ, ਅਸੀਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ ਉਹ ਪਾਵਰ ਆਮ ਲੋਕਾਂ ਨੂੰ ਦਿੱਤੀ ਗਈ ਹੈ। ਉੱਥੇ ਆਮ ਲੋਕਾਂ ਦੀ ਪਹੁੰਚ ਹੈ। ਇਸ ਨੂੰ ਅਸੀਂ ਵਿਕੇਂਦਰੀਕਰਨ ਕਹਿੰਦੇ ਹਾਂ। ਜਿੰਨੀਆਂ ਪਾਵਰਸ ਸੈਂਟਰਲ ਗਵਰਨਮੈਂਟ ਕੋਲ ਜ਼ਿਆਦਾ ਹੋਣਗੀਆਂ, ਉਹਨਾਂ ਕੇਂਦਰੀਕਰਨ ਹੋਵੇਗਾ। ਜਿੰਨੀਆਂ ਪਾਵਰਸ ਸਥਾਨਕ ਸਰਕਾਰਾਂ ਕੋਲ ਜ਼ਿਆਦਾ ਹੋਣਗੀਆਂ, ਉਹਨਾਂ ਵਿਕੇਂਦਰੀਕਰਨ ਹੋਵੇਗਾ। ਫਿਰ ਪੰਚਾਇਤਾਂ ਤੋਂ ਵੀ ਥੱਲੇ ਸਾਡੇ ਇੱਕ ਸੰਸਥਾਵਾਂ ਹਨ, ਗ੍ਰਾਮ ਸਭਾਵਾਂ। ਗ੍ਰਾਮ ਸਭਾਵਾਂ ਜਿਹਦੇ ਵਿੱਚ ਪਿੰਡ ਦਾ ਹਰ ਵੋਟਰ ਮੈਂਬਰ ਹੁੰਦਾ ਹੈ। ਉਹਨਾਂ ਕੋਲ ਜਿਹੜੀਆਂ ਪਾਵਰਸ ਹਨ, ਉਹਦੇ ਵਿੱਚ ਡਾਇਰੈਕਟ ਪਿੰਡ ਦਾ ਹਰੇਕ ਵਿਅਕਤੀ ਹੈ ਜਿਹੜਾ ਉਹ ਇਨਵੋਲਵ ਹੁੰਦਾ ਹੈ, ਹਿੱਸੇਦਾਰ ਹੁੰਦਾ ਹੈ ਉਸ ਸ਼ਕਤੀ ਦੇ ਵਿੱਚ। ਇਸ ਲਈ ਜਿੰਨਾ
ਸ਼ਕਤੀ ਦਾ ਵਿਕੇਂਦਰੀਕਰਨ ਹੋਵੇਗਾ, ਉਹਨਾਂ ਕੋਈ ਜਿਹੜਾ ਲੋਕਤੰਤਰ ਹੈ ਅਸਲੀ ਲੋਕਤੰਤਰ ਹੋਵੇਗਾ। ਜਿੰਨਾ ਕੇਂਦਰੀਕਰਨ ਹੋਵੇਗਾ, ਸੈਂਟਰਲਾਈਜੇਸ਼ਨ ਹੋਵੇਗੀ, ਉਹਨਾਂ ਜਿਹੜਾ ਲੋਕਤੰਤਰ ਹੈ ਉਹ ਜਾਲੀ ਲੋਕਤੰਤਰ ਹੋਵੇਗਾ। ਇਸ ਲਈ ਜਿਹੜੇ ਉਦਾਰਵਾਦੀ ਨੇ ਇਹ ਸ਼ਕਤੀਆਂ ਦੇ ਵਿਕੇਂਦਰੀਕਰਨ ਤੇ ਜ਼ੋਰ ਦਿੰਦੇ ਹਨ। ਉਦਾਰਵਾਦੀਆਂ ਦੇ ਅਨੁਸਾਰ ਜਿਹੜੀ ਨਿਆਂਪਾਲਿਕਾ ਉਹ ਸੁਤੰਤਰ ਹੋਣੀ ਚਾਹੀਦੀ ਹੈ, ਨਿਰਪੱਖ ਹੋਣੀ ਚਾਹੀਦੀ ਹੈ, ਕਿਉਂਕਿ ਲੋਕਾਂ ਦੇ ਅਧਿਕਾਰ, ਲੋਕਾਂ ਦੇ ਸੁਤੰਤਰਤਾਵਾਂ ਉਹ ਤਾਂ ਹੀ ਸੁਰੱਖਿਅਤ ਰੱਖੇ ਜਾ ਸਕਦੇ ਹਨ ਜੇ ਨਿਆਂਪਾਲਿਕਾ ਸੁਤੰਤਰ ਹੋਵੇਗੀ, ਕਾਰਜਪਾਲਿਕਾ ਤੋਂ ਸੁਤੰਤਰ ਹੋਵੇਗੀ, ਵਿਧਾਨ ਮੰਡਲ ਤੋਂ ਸੁਤੰਤਰ ਹੋਵੇਗੀ। ਕਿਉਂਕਿ ਕਾਰਜਪਾਲਿਕਾ ਤੇ ਵਿਧਾਨ ਮੰਡਲ ਦੋਵੇਂ ਰਾਜਨੀਤਿਕ ਆਧਾਰ ਤੇ ਬਣਦੀਆਂ ਹਨ, ਵੋਟਾਂ ਨਾਲ ਬਣਦੀਆਂ ਹਨ। ਇਸ ਲਈ ਜੇ ਨਿਆਂਪਾਲਿਕਾ ਅਦਾਲਤਾਂ ਵੀ ਉਹਨਾਂ ਦੇ ਪ੍ਰਭਾਵ ਵਿੱਚ ਆ ਗਈਆਂ ਤਾਂ ਉੱਥੇ ਵੀ ਵੋਟਾਂ ਦੀ ਰਾਜਨੀਤੀ ਚੱਲੇਗੀ, ਉਹ ਵੀ ਘੱਟ ਗਿਣਤੀਆਂ ਦੇ ਖਿਲਾਫ ਫੈਸਲੇ ਸੁਣਾ ਸਕਦੀਆਂ ਹਨ। ਇਸ ਲਈ ਉਦਾਰਵਾਦੀਆਂ ਦਾ ਵਿਚਾਰ ਹੈ ਕਿ ਨਿਆਂਪਾਲਿਕਾ ਸੁਤੰਤਰ ਹੋਣੀ ਚਾਹੀਦੀ ਹੈ, ਕਾਰਜਪਾਲਿਕਾ ਤੋਂ ਵੀ, ਭਾਵ ਮੰਤਰੀਆਂ ਤੋਂ ਵੀ ਅਤੇ ਕਾਨੂੰਨ ਬਣਾਉਣ ਵਾਲਿਆਂ ਤੋਂ ਵੀ, MPs ਤੋਂ ਵੀ। ਕਿਉਂਕਿ ਇਹਨਾਂ ਦਾ ਵਿਚਾਰ ਹੈ ਕਿ ਜਿਹੜੇ ਮੁਕੱਦਮੇ ਚੱਲਦੇ ਹਨ, ਵਿਸ਼ੇਸ਼ ਕਰਕੇ ਹਾਇਰ ਕੋਰਟਸ ਦੇ ਵਿੱਚ, ਹਾਇਰ ਜੁਡੀਸ਼ਰੀ ਦੇ ਵਿੱਚ, ਉਹਨਾਂ ਦੇ ਵਿੱਚ ਸਰਕਾਰ ਆਪ ਸਭ ਤੋਂ ਵੱਧ ਮੁਕੱਦਮਿਆਂ ਦੇ ਵਿੱਚ ਇੱਕ ਪਾਰਟੀ ਹੁੰਦੀ ਹੈ। ਇਸ ਲਈ ਜੇ ਨਿਆਂਪਾਲਿਕਾ ਸੁਤੰਤਰ ਨਹੀਂ ਹੋਵੇਗੀ ਤਾਂ ਲੋਕਾਂ ਦੇ ਜਿਹੜੇ ਅਧਿਕਾਰ, ਸੁਤੰਤਰਤਾਵਾਂ ਨੇ ਉਹ ਕਦੇ ਵੀ ਸਿਕਿਉਰ ਨਹੀਂ ਰਹਿ ਸਕਣਗੇ। ਉਦਾਰਵਾਦ ਪੂੰਜੀਵਾਦ ਦਾ ਸਮਰਥਨ ਕਰਦਾ ਹੈ। ਇਹ ਕਹਿੰਦਾ ਹੈ ਕਿ ਆਰਥਿਕ ਖੇਤਰ ਦੇ ਵਿੱਚ ਰਾਜ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਆਰਥਿਕ ਖੇਤਰ ਨੂੰ ਖੁੱਲ੍ਹਾ ਛੱਡਿਆ ਜਾਣਾ ਚਾਹੀਦਾ ਹੈ, ਓਪਨ ਕੰਪੀਟੀਸ਼ਨ ਹੋਣਾ ਚਾਹੀਦਾ ਹੈ। ਜਦੋਂ ਇਸ ਦੇ ਥੋੜ੍ਹੇ ਜਿਹੇ ਗਲਤ ਨਤੀਜੇ ਨਿਕਲੇ, ਫਿਰ ਜਿਹੜੇ ਸਮਕਾਲੀ ਉਦਾਰਵਾਦੀ ਨੇ ਉਹ ਕਹਿੰਦੇ ਨਹੀਂ, ਰਾਜ ਨੂੰ ਆਰਥਿਕ ਖੇਤਰ ਨੂੰ ਰੈਗੂਲੇਟ ਕਰਨਾ ਚਾਹੀਦਾ ਹੈ, ਬਿਲਕੁਲ ਕੰਟਰੋਲ ਨਹੀਂ ਕਰਨਾ ਚਾਹੀਦਾ, ਨਿਯਮਿਤ ਅਰਥ ਵਿਵਸਥਾ ਹੋਣੀ ਚਾਹੀਦੀ ਹੈ, ਰੂਲ ਰੈਗੂਲੇਸ਼ਨ ਸਟੇਟ ਨੂੰ ਬਣਾਉਣੇ ਚਾਹੀਦੇ ਹਨ। ਜਿਹੜੀ ਇਸ ਤਰ੍ਹਾਂ ਦੀ ਅਰਥ ਵਿਵਸਥਾ ਹੈ ਉਹਦੇ ਵਿੱਚ ਪੂੰਜੀਵਾਦ ਦਾ ਵਿਕਾਸ ਹੁੰਦਾ ਹੈ, ਭਾਵ ਕਾਰਪੋਰੇਟ ਹਾਊਸਿਸ, ਕੰਪਨੀਆਂ, ਬਿਜ਼ਨਸਮੈਨ ਨੇ ਜਿਹੜੇ ਉਹ ਇਸ ਤਰ੍ਹਾਂ ਦੀ ਅਰਥ ਵਿਵਸਥਾ ਦੇ ਵਿੱਚ ਪੈਦਾ ਹੁੰਦੇ ਹਨ ਜਿਸ ਨੂੰ ਅਸੀਂ ਪੂੰਜੀਵਾਦ ਜਾਂ ਕੈਪੀਟਲਿਜ਼ਮ ਕਹਿੰਦੇ ਹਾਂ। ਇਸ ਤਰ੍ਹਾਂ ਜਿਹੜਾ ਉਦਾਰਵਾਦ ਹੈ ਉਹ ਪੂੰਜੀਵਾਦੀ ਸਿਧਾਂਤ ਦਾ, ਪੂੰਜੀਵਾਦ ਦਾ ਇੱਕ ਤਰ੍ਹਾਂ ਨਾਲ ਸਮਰਥਕ ਹੈ। ਉਦਾਰਵਾਦ ਬਹੁਵਾਦੀ ਸਮਾਜ ਦੀ ਗੱਲ ਕਰਦਾ ਹੈ, ਬਹੁਵਾਦੀ ਸਰੂਪ ਨੂੰ ਪ੍ਰਵਾਨ ਕਰਦਾ ਹੈ ਸੁਸਾਇਟੀ ਦੇ ਨੂੰ। ਬਹੁਵਾਦ ਦਾ ਭਾਵ ਹੈ ਕਿ ਕਿਸੇ ਵਿਅਕਤੀ ਦਾ ਧਰਮ ਕੋਈ ਵੀ ਹੈ, ਕਿਸੇ ਵਿਅਕਤੀ ਦਾ ਪਹਿਰਾਵਾ ਕੋਈ ਵੀ ਹੈ, ਕਿਸੇ ਦੇ ਕੋਈ ਭਾਸ਼ਾ ਕੋਈ ਵੀ ਹੈ, ਹਰ ਵਿਅਕਤੀ ਨੂੰ ਆਪਣੇ ਆਪ ਨੂੰ ਆਪਣੇ ਤਰੀਕੇ ਨਾਲ ਮੇਨਟੇਨ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ, ਆਪਣੀ ਸ਼ਰਧਾ ਵਾਲੇ ਧਰਮ ਨੂੰ ਮੰਨਣ ਦਾ ਹੱਕ ਹੋਣਾ ਚਾਹੀਦਾ ਹੈ। ਸਟੇਟ ਨੂੰ ਲੋਕਾਂ ਤੇ ਨਾ ਤਾਂ ਕੋਈ ਵਰਦੀ ਥੋਪਣੀ ਚਾਹੀਦੀ ਹੈ, ਨਾ ਕੋਈ ਵਿਚਾਰਧਾਰਾ ਥੋਪਣੀ ਚਾਹੀਦੀ ਹੈ, ਨਾ ਕੋਈ ਧਰਮ ਥੋਪਣਾ ਚਾਹੀਦਾ ਹੈ, ਤੇ ਨਾ ਹੀ ਕਿਸੇ ਵਰਗ ਨੂੰ ਆਪਣੀ ਜੀਵਨ ਵਿਧੀ ਜਾਂ ਲਾਈਫ ਸਟਾਈਲ ਹੈ ਜਿਹੜਾ ਦੂਸਰੇ ਵਰਗ ਤੇ ਇੰਪੋਜ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਜੇ ਕੋਈ ਇੱਕ ਵਰਗ ਕੀ ਖਾਂਦਾ ਹੈ, ਦੂਸਰੇ ਵਰਗ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਇੱਕ ਵਰਗ ਕੀ ਪਹਿਨਦਾ ਹੈ, ਦੂਸਰੇ ਵਰਗ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਇੱਕ ਵਰਗ ਆਪਣੇ ਧਰਮ ਦੀ ਪਾਠ ਪੂਜਾ ਕਿਸ ਤਰ੍ਹਾਂ ਕਰਦਾ ਹੈ, ਦੂਸਰੇ ਵਰਗਾਂ ਦਾ, ਸਟੇਟ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਕੋਈ ਵਰਗ ਸਮਾਜ ਲਈ ਜਾਂ ਲਾਅ ਐਂਡ ਆਰਡਰ ਲਈ ਖਤਰਾ ਨਹੀਂ ਬਣਦਾ, ਉਹਨਾਂ ਚਿਰ ਦੂਸਰੇ ਵਰਗ ਨੇ ਜਿਹੜੇ ਜਾਂ ਸਟੇਟ ਹੈ ਉਸ ਨੂੰ ਲੋਕਾਂ ਦੀ ਲਾਈਫ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਜੇਕਰ ਵਿਚਾਰਾਂ ਦਾ ਮਤਭੇਦ ਹੋਵੇ ਵੀ ਕਿਸੇ ਵਿਸ਼ੇ ਤੇ, ਤਾਂ ਇਹ ਨਹੀਂ ਹੈ ਵੀ ਘੱਟ ਗਿਣਤੀ ਦੇ ਵਿਚਾਰਾਂ ਨੂੰ ਦਬਾਇਆ ਜਾਣਾ ਚਾਹੀਦਾ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦਾ, ਮੇਨਟੇਨ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਇਹ ਨੇ ਉਦਾਰਵਾਦ ਦੇ ਲੋਕਤੰਤਰੀ ਸਿਧਾਂਤ ਦੀਆਂ ਮੁੱਖ ਵਿਸ਼ੇਸ਼ਤਾਵਾਂ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।